हाँ जी, हुन ठीक है। हाँ जी। ओके, मैं रिपीट कर दिन्नी आ एक बार। पहला वाला कुछ पता लगा? कोई क्वेश्चन नहीं पता लग्या होना है ना? चलो लेट मी रिपीट। मैं क्वेश्चन पहला करवाया सीगा भी ਜਿਹੜੇ ਆਪਣੇ ਕੋਲ ਹੈਲੋ ਅਲਕੇਨਸ ਹੁੰਦੇ ਉਹ ਰਿਐਕਟ ਕਰਦੇ ਆ KCN ਦੇ ਨਾਲ ਅਲਕਾਈਲ ਸਾਇਨਾਈਡ ਫਾਰਮ ਹੁੰਦਾ ਐਸ ਮੇਨ ਪ੍ਰੋਡਕਟ, ਠੀਕ ਹੈ। ਤੇ ਜਿਹੜਾ AgCN ਆ ਉਹ ਆਈਸੋਸਾਇਨਾਈਡ ਨੂੰ ਐਜ਼ ਅ ਮੇਜਰ ਪ੍ਰੋਡਕਟ ਫਾਰਮ ਕਰਦਾ। ਤੇ ਇਹਦੇ ਵਿੱਚੋਂ KCN ਜਿਹੜਾ ਹੈਗਾ ਉਹ ਆਇਨਿਕ ਆ, ਠੀਕ ਹੈ। ਉਹ ਸਾਇਨਾਈਡ ਆਇਨ ਪ੍ਰੋਵਾਈਡ ਕਰਵਾਉਂਦਾ ਹੈਗਾ। ਹੁਣ ਆਇਨਿਕ ਦੇ ਵਿੱਚ ਤਾਂ ਆਪਣੇ ਕੋਲ C ਤੇ N ਦੋਨੋਂ ਹੀ ਮਤਲਬ ਇਲੈਕਟ੍ਰੋਨ ਪੇਅਰ ਡੋਨੇਟ ਕਰ ਸਕਦੇ ਆ, ਠੀਕ ਹੈ। ਬਟ ਜਿਹੜਾ ਕਾਰਬਨ ਕਾਰਬਨ ਬੌਂਡ ਬਣਦਾ ਉਹ ਜ਼ਿਆਦਾ ਸਟੇਬਲ ਹੁੰਦਾ ਕਾਰਬਨ ਨਾਈਟ੍ਰੋਜਨ ਬੌਂਡ ਨਾਲੋਂ, ਠੀਕ ਹੈ। ਇਸ ਕਰਕੇ ਜਿਹੜਾ AgCN ਆ ਉਹ ਮੇਨਲੀ ਕੋਵੈਲੈਂਟ ਆ, ਉਹਦੇ ਵਿੱਚ ਸਿਰਫ ਨਾਈਟ੍ਰੋਜਨ ਕੋਲ ਹੀ ਇਹ ਕੈਪੇਬਿਲਿਟੀ ਹੁੰਦੀ ਹੈ ਵੀ ਉਹ ਇਲੈਕਟ੍ਰੋਨ ਪੇਅਰ ਡੋਨੇਟ ਕਰ ਸਕੇ ਤੇ ਆਪਣੇ ਕੋਲ ਆਈਸੋਸਾਇਨਾਈਡ ਜਿਹੜਾ ਹੈਗਾ ਉਹ ਮੇਨ ਪ੍ਰੋਡਕਟ ਬਣ ਜਾਂਦਾ, ਠੀਕ ਹੈ ਜੀ। ਦੈਨ ਆਪਾਂ ਗੱਲ ਕੀਤੀ ਸੀਗੀ ਮੈਕੈਨਿਜ਼ਮ ਦੀ, ਸਬਸਟੀਟਿਊਸ਼ਨ ਨਿਊਕਲੀਓਫਿਲਿਕ ਬਾਈਮੋਲੀਕੂਲਰ। ਸਬਸਟੀਟਿਊਸ਼ਨ ਮਤਲਬ S for substitution, N for nucleophilic, 2 for bimolecular, ठीक है। बाईमोलीकुलर मतलब ये दो मॉलीक्यूल होंगे। हुण अपने को CH3Cl है तो OH नैगेटिव है। ਜਦੋਂ ਇਹ ਇਹਦੇ ਤੇ ਅਟੈਕ ਕਰਦਾ ਇੱਕ ਇੰਟਰਮੀਡੀਏਟ ਫਾਰਮ ਹੋਏਗਾ, ਠੀਕ ਹੈ। ਇਹ ਅਨਸਟੇਬਲ ਹੈ ਕਿਉਂਕਿ ਕਾਰਬਨ ਦੇ ਅਰਾਊਂਡ 5 ਬੌਂਡ ਹੋ ਗਏ ਤੇ 5 ਬੌਂਡ ਹੋ ਨਹੀਂ ਸਕਦੇ। ਇਸ ਚੀਜ਼ ਨੂੰ ਸਟੇਬਲ ਬਣਾਉਣ ਲਈ ਕੀ ਕਰਦਾ Cl ਲੀਵ ਕਰ ਦਿੰਦਾ ਹੈਗਾ, ਲੀਵਿੰਗ ਗਰੁੱਪ ਬਣ ਜਾਂਦਾ ਤੇ ਸਾਡੇ ਕੋਲ CH3OH ਅਲਕੋਹਲ ਜਿਹੜਾ ਹੈਗਾ ਫਾਰਮ ਹੋ ਜਾਂਦਾ, ਠੀਕ ਹੈ। ਨੈਕਸਟ ਉਹਨਾਂ ਨੇ ਹੁਣ ਦੇਖੋ ਇਹਨਾਂ ਨੂੰ ਇਸ ਚੀਜ਼ ਨੂੰ ਡਾਇਗਰਾਮੈਟਿਕਲੀ ਦਿਖਾਇਆ ਹੋਇਆ ਹੈਗਾ। ਉਸ ਤੋਂ ਨੈਕਸਟ ਵਾਲੇ ਪੈਰਾਗ੍ਰਾਫ ਤੇ ਆਈਏ ਆਪਾਂ। ਉਹ ਕਹਿੰਦਾ ਵੀ ਬਾਈਮੋਲੀਕੂਲਰ ਨਿਊਕਲੀਓਫਿਲਿਕ ਜਿਹੜੀ ਡਿਸਪਲੇਸਮੈਂਟ ਰਿਐਕਸ਼ਨ ਆ ਉਹਦੇ ਵਿੱਚ ਕੀ ਹੋ ਰਿਹਾ ਹੈਗਾ, ਸਾਰੀ ਥਿਊਰੀ ਦਿੱਤੀ ਹੋਈ ਹੈ ਵੀ ਇਨਕਮਿੰਗ ਜਿਹੜਾ ਨਿਊਕਲੀਓਫਾਈਲ ਅਟੈਕ ਕਰ ਰਿਹਾ ਹੈਗਾ ਅਲਕਾਈਲ ਹੈਲਾਈਡ ਤੇ, ਜਿਹਦੇ ਕਰਕੇ ਕਾਰਬਨ ਹੈਲਾਈਡ ਬੌਂਡ ਬ੍ਰੇਕ ਹੋ ਗਿਆ ਤੇ ਨਵਾਂ ਕਾਰਬਨ OH ਬੌਂਡ ਜਿਹੜਾ ਉਹ ਫਾਰਮ ਹੋ ਗਿਆ, ਠੀਕ ਹੈ। ਇੱਥੇ ਇਹੀ ਚੀਜ਼ ਫਾਰਮ ਹੋਈ ਹੈ ਨਾ, ਆ ਕਾਰਬਨ ਤੇ ਕਲੋਰਾਈਡ ਵਾਲਾ ਬੌਂਡ ਹੈ ਜਿਹੜਾ ਉਹ ਬ੍ਰੇਕ ਹੋ ਗਿਆ, ਕਾਰਬਨ ਤੇ OH ਵਾਲਾ ਬੌਂਡ ਹੈ ਜਿਹੜਾ ਉਹ ਫਾਰਮ ਹੋ ਗਿਆ, ਠੀਕ ਹੈ। ਹੁਣ ਆਪਣੇ ਕੋਲ ਦੋ ਪ੍ਰੋਸੈਸਿਸ ਇੱਥੇ ਹੋ ਰਹੇ ਆ ਇੱਕੋ ਟਾਈਮ ਤੇ, ਟੂ ਪ੍ਰੋਸੈਸਿਸ ਆਰ ਟੇਕਿੰਗ ਪਲੇਸ ਸਾਈਮਲਟੇਨੀਅਸਲੀ ਇਨ ਅ ਸਿੰਗਲ ਸਟੈਪ। ਇੱਕੋ ਟਾਈਮ ਤੇ ਦੋ ਪ੍ਰੋਸੈਸ ਹੋ ਰਹੇ ਆ ਤੇ ਕੋਈ ਇੰਟਰਮੀਡੀਏਟ ਉਹ ਨਹੀਂ ਫਾਰਮ ਹੋ ਰਿਹਾ, ਕੋਈ ਵੀ ਇੰਟਰਮੀਡੀਏਟ ਆ ਜਿਹੜਾ। ਜਿਵੇਂ ਜਿਵੇਂ ਰਿਐਕਸ਼ਨ ਅੱਗੇ ਜਾਏਗੀ ਜਿਹੜਾ ਬੌਂਡ ਆ ਨਿਊਕਲੀਓਫਾਈਲ ਤੇ ਕਾਰਬਨ ਦੇ ਵਿੱਚ, ਠੀਕ ਹੈ, ਉਹ ਫਾਰਮ ਹੋਣਾ ਸ਼ੁਰੂ ਹੋ ਜਾਏਗਾ। ਕਾਰਬਨ ਤੇ ਲੀਵਿੰਗ ਬੌਂਡ ਲੀਵਿੰਗ ਗਰੁੱਪ ਦਾ ਜਿਹੜਾ ਬੌਂਡ ਆ ਉਹ ਵੀਕ ਹੋਣਾ ਸ਼ੁਰੂ ਹੋ ਜਾਏਗਾ, ਠੀਕ ਹੈ। ਤੇ ਉਹ ਕਹਿੰਦਾ ਵੀ ਜਿਹੜੀ ਕੌਨਫੀਗਰੇਸ਼ਨ ਆ ਕਾਰਬਨ ਐਟਮ ਦੀ ਅਟੈਕ ਦੇ ਨਾਲ ਇਨਵਰਟ ਹੋ ਜਾਂਦੀ ਹੈ। ਜਿੱਦਾਂ ਅੰਬਰੇਲਾ ਜਿਹੜਾ ਹੈਗਾ ਉਹਨੂੰ ਆਪਾਂ ਇਨਸਾਈਡ ਆਊਟ ਕਰਦੇ ਹਾਂ ਜਦੋਂ ਹਵਾ ਚੱਲਦੀ ਹੈ ਨਾ। ਅੰਬਰੇਲਾ ਜਿਹੜਾ ਮਤਲਬ ਜਿਹੜਾ ਹੁੰਦਾ ਹੈਗਾ ਹਵਾ ਇੱਕੋ ਪਾਸਿਓਂ ਪਏਗੀ ਤੇ ਕਈ ਵਾਰ ਉਹ ਅੰਦਰ ਜਾ ਕੇ ਫੇਰ ਅੰਬਰੇਲਾ ਓਪਨ ਹੁੰਦਾ ਹੈਗਾ ਬਾਹਰ ਨੂੰ, ਠੀਕ ਹੈ। ਤਾਂ ਉਹ ਕਹਿੰਦਾ ਇਸ ਤਰ੍ਹਾਂ ਨਾਲ ਹੁੰਦਾ ਹੈਗਾ, ਲਿਵਿੰਗ ਗਰੁੱਪ ਜਿਹੜਾ ਉਹ ਪੁਸ਼ ਅਵੇ ਹੋ ਜਾਂਦਾ ਹੈਗਾ। ਇਸ ਪ੍ਰੋਸੈਸ ਨੂੰ ਇਨਵਰਜਨ ਆਫ ਕੌਨਫੀਗਰੇਸ਼ਨ ਕਿਹਾ ਜਾਂਦਾ। ਉੱਪਰ ਮੈਂ ਫੇਰ ਤੁਹਾਨੂੰ ਲੈ ਕੇ ਆਉਣੀ ਆ ਉਸੇ ਚੀਜ਼ ਤੇ, ਚਾਹੇ ਆਪਾਂ ਅੱਜ ਇਹੀ ਕਨਸੈਪਟ ਕਰੀਏ, ਠੀਕ ਹੈ, ਡਜ਼ਨਟ ਮੈਟਰ। ਤੁਸੀਂ ਦੇਖੋ ਕਿ ਜਿਹੜਾ SN2 ਮੈਕੈਨਿਜ਼ਮ ਆ, ਪਹਿਲਾਂ ਤਾਂ ਇਹ ਸਬਸਟੀਟਿਊਸ਼ਨ ਨਿਊਕਲੀਓਫਿਲਿਕ ਬਾਈਮੋਲੀਕੂਲਰ ਰਿਐਕਸ਼ਨ ਆ, S ਫॉर ਸਬਸਟੀਟਿਊਸ਼ਨ, N ਫॉर ਨਿਊਕਲੀਓਫਿਲਿਕ ਤੇ 2 ਫਿਰ ਬਾਈਮੋਲੀਕੂਲਰ। ਬਾਈਮੋਲੀਕੂਲਰ ਦਾ ਮਤਲਬ ਹੁੰਦਾ ਜਦੋਂ ਦੋ ਮੋਲੀਕਿਊਲਸ ਕਿਸੇ ਵੀ ਸਬਸਟੈਂਸ ਦੇ ਕੰਬਾਈਨ ਹੋਣਗੇ ਦੇ ਵਿਲ ਬ੍ਰਿੰਗ ਅਬਾਊਟ ਅ ਕੈਮੀਕਲ ਰਿਐਕਸ਼ਨ, ਠੀਕ ਹੈ ਜੀ। ਹੁਣ ਤੁਸੀਂ ਦੇਖੋ ਵੀ ਇਹਦੇ ਵਿੱਚ OH ਨੈਗੇਟਿਵ ਨੇ ਆਪੋਜ਼ਿਟ ਸਾਈਡ ਤੋਂ ਅਟੈਕ ਕੀਤਾ। OH ਨੇ ਇੱਕ ਇੰਟਰਮੀਡੀਏਟ ਫਾਰਮ ਕਰ ਲਿਆ, ਠੀਕ ਹੈ। ਇੰਟਰਮੀਡੀਏਟ ਫਾਰਮ ਕਰਨ ਦੇ ਨਾਲ ਹੌਲੀ ਹੌਲੀ ਕੀ ਹੋਏਗਾ, OH ਨਾਲ ਜਿਹੜਾ ਕਾਰਬਨ ਦਾ ਬੌਂਡ ਆ ਉਹ ਸਟਰੋਂਗ ਹੁੰਦਾ ਗਿਆ ਤੇ ਕਲੋਰੀਨ ਨਾਲ ਬੌਂਡ ਵੀਕ ਹੁੰਦਾ ਗਿਆ, ਜਿਹਦੇ ਕਰਕੇ ਐਟ ਦਾ ਐਂਡ ਕਲੋਰੀਨ ਨੇ ਜਿਹੜਾ ਸੀ ਇਹਨੂੰ ਲੀਵ ਕਰਤਾ, ਠੀਕ ਹੈ। ਤਾਂ ਉਹ ਕਹਿੰਦਾ ਦੇਖੋ ਪਹਿਲਾਂ ਕਲੋਰੀਨ ਇਸ ਸਾਈਡ ਲੱਗਾ ਹੋਇਆ ਸੀ ਰਾਈਟ ਸਾਈਡ, ਬਟ ਜੇ ਤੁਸੀਂ ਐਟ ਦਾ ਐਂਡ ਦੇਖੋ ਜਿਹੜਾ ਪ੍ਰੋਡਕਟ ਫਾਰਮ ਹੋਇਆ ਹੈਗਾ ਉਹ ਫਾਰਮ ਹੋ ਗਿਆ ਲੈਫਟ ਸਾਈਡ, ਠੀਕ ਹੈ। ਤਾਂ ਜਿਹੜੀ ਆਪਣੇ ਕੋਲ ਕੌਨਫੀਗਰੇਸ਼ਨ ਸੀ ਉਹ ਚੇਂਜ ਹੋ ਗਈ ਆ, ਇਸ ਕਰਕੇ ਇਸ ਪ੍ਰੋਸੈਸ ਨੂੰ ਆਪਾਂ ਇਨਵਰਜਨ ਆਫ ਕੌਨਫੀਗਰੇਸ਼ਨ ਕਹਿੰਦੇ, ਜਾਂ ਵਾਟ ਇਜ਼ ਇਨਵਰਜਨ ਦਾ ਆਨਸਰ ਇਹ ਹੈ। ਸਮਝ ਆਇਆ ਸਾਰਿਆਂ ਨੂੰ? ਪਤਾ ਲੱਗਾ ਬੱਚੇ?
हाँ जी बच्चे पता लगा कि नहीं? बोल देगा तो नहीं कि मेरी हाँ आवाज जी मैम। ओके समझ लग गई ये चीज? हाँ जी मैम। हाँ ਇਹਦੇ ਵਿੱਚੋਂ ਉਵੇਂ ਕੋਈ MCQ ਤਾਂ ਪਾਰਟਿਕੂਲਰ ਹੈ ਨਹੀਂਗਾ, ਤੁਸੀਂ ਸਾਰੇ ਨੂੰ ਹੀ ਚੰਗੀ ਤਰ੍ਹਾਂ ਕਰਨਾ ਹੈ ਕਿਉਂਕਿ ਇਹ ਮੈਂਸ਼ਨਡ ਆ ਸਿਲੇਬਸ ਦੇ ਵਿੱਚ। ਇਹਦੇ ਫਿਰ ਜਿਹੜੇ MCQs ਹੋਣਗੇ ਉਹ ਮੈਂ ਅਲੱਗ ਤੋਂ ਕਰਵਾਉਂਗੀ ਵੀ ਕਿਵੇਂ ਬਣ ਕੇ ਆਉਣਗੇ, ਸਾਰਾ ਪ੍ਰੋਸੈਸ ਹੀ ਅੰਡਰਸਟੈਂਡ ਕਰਨ ਵਾਲਾ ਹੈ, ਠੀਕ ਹੈ। ਦੈਨ ਉਹ ਕਹਿੰਦਾ ਜਿਹੜੀ ਟ੍ਰਾਂਜੀਸ਼ਨ ਸਟੇਟ ਬਣਦੀ ਹੈ, ਟ੍ਰਾਂਜੀਸ਼ਨ ਸਟੇਟ ਸੀਗੀ ਜਿਹੜੀ ਆ ਉੱਪਰ ਇੰਟਰਮੀਡੀਏਟ ਫਾਰਮ ਹੋ ਰਿਹਾ ਸੀ, ਆਹ ਵਾਲਾ ਇੰਟਰਮੀਡੀਏਟ ਫਾਰਮ ਹੋ ਰਿਹਾ ਸੀ ਨਾ ਸੈਂਟਰ ਦੇ ਵਿੱਚ ਬ੍ਰੈਕਟਸ ਲਿਖਿਆ ਜਿਹੜਾ ਆਪਾਂ, ਤਾਂ ਉਹ ਕਹਿੰਦਾ ਟ੍ਰਾਂਜੀਸ਼ਨ ਸਟੇਟ ਦੇ ਵਿੱਚ ਕਾਰਬਨ ਐਟਮ ਆ ਜਿਹੜਾ ਉਹ ਸਾਈਮਲਟੇਨੀਅਸਲੀ ਬੌਂਡ ਹੋ ਰਿਹਾ ਹੈ ਨਿਊਕਲੀਓਫਾਈਲ ਦੇ ਨਾਲ ਵੀ ਤੇ ਲਿਵਿੰਗ ਗਰੁੱਪ ਨਾਲ ਵੀ, ਇੱਕੋ ਟਾਈਮ ਤੇ ਉਹ ਹੈਗਾ ਸੀ ਨਾ ਇੰਟਰਮੀਡੀਏਟ 'ਚ। ਤੇ ਇਹ ਸਟਰਕਚਰਸ ਅਨਸਟੇਬਲ ਹੁੰਦੇ ਆ, ਇਹਨਾਂ ਨੂੰ ਆਈਸੋਲੇਟ ਨਹੀਂ ਕਰ ਸਕਦੇ, ਇਸੇ ਕਰਕੇ ਇਹ ਅਨਸਟੇਬਲ ਹੈ ਤੇ ਬਾਅਦ ਵਿੱਚ ਇਹ ਬ੍ਰੇਕ ਹੋਏਗਾ। This reaction requires the approach of the nucleophile to the carbon atom bearing the living group। ਇਹ ਰਿਐਕਸ਼ਨ ਉਦੋਂ ਹੀ ਹੋਏਗੀ ਜਦੋਂ ਕੋਈ ਨਿਊਕਲੀਓਫਾਈਲ ਅਪਰੋਚ ਕਰੇਗਾ, ਠੀਕ ਹੈ, ਉਸ ਕਾਰਬਨ ਐਟਮ ਨੂੰ। ਅਗਰ ਬਲਕੀ ਗਰੁੱਪਸ ਹੋਣਗੇ ਉਹਦੇ ਨੇੜੇ, ਠੀਕ ਹੈ, ਤਾਂ ਉਹਨਾਂ ਦਾ ਵੀ ਇਨਹਿਬਿਟਿੰਗ ਇਫੈਕਟ ਹੁੰਦਾ ਹੈ। ਇਨਹਿਬਿਟਿੰਗ ਇਫੈਕਟ ਦਾ ਮਤਲਬ ਹੁੰਦਾ ਹੈਗਾ ਜਿਹੜੇ ਰੋਕਦੇ ਹੈ ਇਹਨਾਂ ਰਿਐਕਸ਼ਨਸ ਨੂੰ, ਠੀਕ ਹੈ। ਉਹ ਕਹਿੰਦੇ ਸਿੰਪਲ ਅਲਕਾਈਲ ਹੈਲਾਈਡ ਚੋਂ ਜਿਹੜੇ ਮਿਥਾਈਲ ਹੈਲਾਈਡ ਆ ਉਹ ਮੋਸਟ ਰੈਪਿਡ SN2 ਰਿਐਕਸ਼ਨਸ ਦੇ ਵਿੱਚ, ਠੀਕ ਹੈ, ਕਿਉਂਕਿ ਇਹਦੇ ਵਿੱਚ ਓਨਲੀ 3 ਆਪਣੇ ਕੋਲ ਹਾਈਡਰੋਜਨ ਐਟਮ ਆ। ਟਰਸ਼ਰੀ ਹੈਲਾਈਡ ਜਿਹੜੇ ਆ ਉਹ ਲੀਸਟ ਰਿਐਕਟਿਵ ਆ ਕਿਉਂਕਿ ਉਹਨਾਂ ਵਿੱਚ ਬਲਕੀ ਗਰੁੱਪਸ ਆ ਜਾਂਦੇ ਆ। ਤਾਂ ਇੱਥੋਂ ਆਪਾਂ ਇੱਕ ਰੀਜ਼ਨਿੰਗ ਕੁਐਸਚਨ ਫਾਰਮ ਕਰਾਂਗੇ। ਹਾਂਜੀ ਤੁਸੀਂ ਲਿਖੋਗੇ ਦਾ ਆਰਡਰ ਆਫ ਰਿਐਕਟਿਵਿਟੀ, ਦਾ ਆਰਡਰ ਆਫ ਰਿਐਕਟਿਵਿਟੀ ਜਿਹੜਾ ਮੈਂ ਹਾਈਲਾਈਟ ਕੀਤਾ ਹੈਗਾ ਉਹਨੂੰ ਦੇਖੋ, ਦਾ ਆਰਡਰ ਆਫ ਰਿਐਕਟਿਵਿਟੀ ਟੂਵਰਡਸ SN2 mechanism is given as ਪ੍ਰਾਇਮਰੀ ਹੈਲਾਈਡ ਦਾ ਸਭ ਤੋਂ ਜ਼ਿਆਦਾ ਹੈ, ਸੈਕੰਡਰੀ ਹੈਲਾਈਡ ਦਾ ਉਸ ਤੋਂ ਘੱਟ ਹੈ, ਟਰਸ਼ਰੀ ਹੈਲਾਈਡ ਦਾ ਉਸ ਤੋਂ ਘੱਟ ਹੈ। ठीक है जी, what is the reason behind it? What is the reason behind it? दस 15 मिनट पे वट इज द रीजन बिहाइंड इट, ठीक है, आप रीजन लिखना है, लिखो फटाफट। ड्यू टू इंक्रीज इन बल्कि साइड चेन्स SN2 mechanism gets inhibited, ठीक है, 1 लाइन आंसर ही लिखना ओनली। ਨੈਕਸਟ ਉਹਨਾਂ ਨੇ ਜਿਹੜੀ ਚੀਜ਼ ਨੂੰ ਇਹ ਪੈਰਾਗ੍ਰਾਫ 'ਚ ਲਿਖਿਆ ਨਾ ਉਹਨਾਂ ਨੇ ਬਹੁਤ ਸੋਹਣਾ ਡਾਇਗਰਾਮੈਟਿਕਲੀ ਬਣਾ ਕੇ ਦਿਖਾਇਆ ਹੋਇਆ, ਦੇਖਿਓ। ਨਿਊਕਲੀਓਫਾਈਲ ਅਟੈਕ ਕਰ ਰਿਹਾ ਆਪੋਜ਼ਿਟ ਸਾਈਡ ਤੋਂ, ਠੀਕ ਹੈ, ਜਦੋਂ ਇਹ ਆਪੋਜ਼ਿਟ ਸਾਈਡ ਤੋਂ ਹੁਣ ਅਟੈਕ ਕਰ ਰਿਹਾ ਦੇਖੋ ਮਿਥਾਈਲ ਦੇ ਵਿੱਚ, ਤਾਂ ਉਹਦੇ ਕੋਲ ਕੋਈ ਬਲਕੀ ਗਰੁੱਪਸ ਨਹੀਂ ਹੈਗੇ, ਓਨਲੀ ਮਿਥਾਈਲ ਆ। ਫਿਰ ਆਪਣੇ ਕੋਲ ਇਥਾਈਲ ਆ ਜਾਂਦਾ, ਇਥਾਈਲ ਵਿੱਚ ਹੁਣ ਦੇਖੋ ਜਿਹੜੇ ਆਹ ਵਾਲੇ ਉੱਪਰ ਵਾਲੇ CH3 ਹੈ ਇਹ ਇਹਨੂੰ ਇਨਹਿਬਿਟ ਕਰਨਗੇ, ਠੀਕ ਹੈ। ਆਈਸੋਪ੍ਰੋਪਾਈਲ ਦੇ ਵਿੱਚ 2 ਇਨਹਿਬਿਟਿੰਗ ਗਰੁੱਪ ਹੋ ਗਏ ਸਰਕਲ ਜਿਹੜੇ ਹੈਗੇ ਆ, ਤੇ ਟਰਸ਼ਰੀ ਬਿਊਟਾਈਲ ਜਿਹੜਾ ਹੈਗਾ ਉਹਦੇ ਵਿੱਚ 3 ਹੋ ਗਏ, ਜਿਹਦੇ ਕਰਕੇ ਜਿਹੜਾ SN2 ਮੈਕੈਨਿਜ਼ਮ ਆ ਪ੍ਰੋਪਰਲੀ ਪਰਫਾਰਮ ਨਹੀਂ ਹੁੰਦਾ, ਠੀਕ ਹੈ ਜੀ। ਸਮਝ ਲੱਗ ਗਈ ਬੱਚੇ? ਹਾਂਜੀ ਮੈਮ। ਠੀਕ ਹੈ ਜੀ, ਅੱਜ ਬੱਚੇ ਆਪਾਂ SN2 ਮੈਕੈਨਿਜ਼ਮ ਹੀ ਕਰਾਂਗੇ, ਕੱਲ ਮੈਂ ਤੁਹਾਨੂੰ ਨੈਕਸਟ ਕਰਵਾ ਦੂੰਗੀ, ਠੀਕ ਹੈ। ਤੇ ਇਹ ਤੁਸੀਂ ਪੜ੍ਹ ਕੇ ਰੱਖਿਓ, ਕੱਲ ਆਪਾਂ ਪਹਿਲਾਂ ਇੱਥੋਂ ਤੱਕ ਜਿੰਨਾ ਪੜ੍ਹਿਆ ਉਹਦੇ ਡਾਊਟਸ ਕਰਾਂਗੇ, ਫਿਰ ਆਪਾਂ ਨੈਕਸਟ ਕਰਾਂਗੇ।